ਕੈਨੇਡਾ ਵਿੱਚ ਇਸ ਵੇਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਕਈ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਕੈਲਗਰੀ ਸਮੇਤ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਡਿਬੇਟ ਚੱਲ ਰਹੀ ਹੈ। ਕੁਝ ਲੋਕ ਕਹਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੇ ਸਿਸਟਮ ਦੇ ਉੱਤੇ ਪ੍ਰੈਸ਼ਰ ਪਾਇਆ ਹੈ, ਜਦਕਿ ਦੂਜੇ ਪਾਸੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਹੁਣ ਇਸ ਡਿਬੇਟ ਤੋਂ ਇਲਾਵਾ ਸਿਰਫ ਫੈਕਟਸ ਦੀ ਗੱਲ ਕਰੀਏ, ਜੋ ਕਿ ਸਪੈਕੂਲੇਸ਼ਨਸ ਨਹੀਂ ਬਲਕਿ ਗਲੋਬਲ ਅਫੇਅਰਸ ਕੈਨੇਡਾ ਦੀ ਰਿਪੋਰਟ ਹੈ, ਇਸ ਦੇ ਉੱਤੇ ਬੇਸਡ ਹੈ। ਤੇ ਗੱਲ ਕਰਦੇ ਹਾਂ ਕਿ ਕੈਨੇਡਾ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੇ ਕੀ ਦਿੱਤਾ ਹੈ। ਕੈਨੇਡਾ ਦੀ ਫੈਡਰਲ ਗਵਰਨਮੈਂਟ ਦੇ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇਕਨੋਮਿਕ ਇੰਪੈਕਟ ਰਿਪੋਰਟ ਦੇ ਮੁਤਾਬਿਕ ਸਾਲ 2024 ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਵਿੱਚ ਕੁੱਲ 47.5 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਇਹ ਪੈਸਾ ਸਿਰਫ ਕਾਲਜਸ ਜਾਂ ਫਿਰ ਯੂਨੀਵਰਸਿਟੀਜ਼ ਦੀ ਟਿਊਸ਼ਨ ਫੀਸ ਨਹੀਂ ਸੀ, ਇਸ ਵਿੱਚ ਉਹ ਖਰਚਾ ਵੀ ਸ਼ਾਮਿਲ ਹੈ ਜੋ ਇੱਕ ਸਟੂਡੈਂਟ ਕੈਨੇਡਾ ਵਿੱਚ ਰਹਿੰਦੇ ਹੋਏ ਕਰਦਾ ਹੈ, ਜਿਵੇਂ ਕਿ ਰੈਂਟ, ਗਰੋਸਰੀਜ਼, ਰੈਸਟੋਰੈਂਟ, ਟਰਾਂਸਪੋਰਟੇਸ਼ਨ, ਫੋਨ ਬਿਲਸ, ਸ਼ਾਪਿੰਗ, ਬੁੱਕਸ, ਐਂਟਰਟੇਨਮੈਂਟ ਤੇ ਹੋਰ ਰੋਜ਼ਮਰਾ ਦੀ ਲਿਵਿੰਗ ਐਕਸਪੈਂਸਿਸ। ਇੱਥੋਂ ਤੱਕ ਕਿ ਜਦੋਂ ਸਟੂਡੈਂਟਸ ਦੇ ਮਾਪੇ ਜਾਂ ਰਿਸ਼ਤੇਦਾਰ ਕੈਨੇਡਾ ਆ ਕੇ ਮਿਲਦੇ ਨੇ, ਉਹਨਾਂ ਦੀ ਸਪੈਂਡਿੰਗ ਨੂੰ ਵੀ ਇਸ ਅਧਿਐਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਜੇ ਤੁਸੀਂ ਸੋਚ ਰਹੇ ਹੋ ਕਿ 47.5 ਬਿਲੀਅਨ ਡਾਲਰ ਸਿਰਫ ਖਰਚੇ ਦਾ ਅੰਕੜਾ ਹੈ, ਤਾਂ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਸ ਸਪੈਂਡਿੰਗ ਦੇ ਨਾਲ ਕੈਨੇਡਾ ਦੀ ਇਕਨੋਮੀ ਨੂੰ ਕਰੀਬ 39 ਬਿਲੀਅਨ ਡਾਲਰ ਦੀ ਜੀਡੀਪੀ ਦਾ ਕੰਟਰੀਬਿਊਸ਼ਨ ਵੀ ਮਿਲਿਆ ਹੈ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਸਪੈਂਡਿੰਗ ਨੇ ਕੈਨੇਡਾ ਦੀ ਕੁੱਲ ਇਕਨੋਮੀ ਦਾ ਲਗਭਗ 1.4% ਹਿੱਸਾ ਬਣਾਇਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ 4,07,000 ਤੋਂ ਵੱਧ ਜੌਬਸ ਸਪੋਰਟ ਹੋਈਆਂ। ਇਹ ਜੌਬਸ ਸਿਰਫ ਕਾਲਜਸ ਵਿੱਚ ਨਹੀਂ ਸਨ। ਰੈਸਟੋਰੈਂਟਸ, ਗਰੋਸਰੀ ਸਟੋਰਸ, ਟ੍ਰਾਂਸਿਟ, ਅਪਾਰਟਮੈਂਟਸ, ਰਿਟੇਲ ਸਟੋਰਸ, ਬੈਂਕ, ਇੰਸ਼ੋਰੈਂਸ, ਕੰਸਟਰਕਸ਼ਨ, ਹੈਲਥ ਕੇਅਰ ਤੇ ਹੋਰ ਕਈ ਸੈਕਟਰਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਸਪੈਂਡਿੰਗ ਦੇ ਕਰਕੇ ਰੋਜ਼ਗਾਰ ਬਣਿਆ ਜਾਂ ਫਿਰ ਕਾਇਮ ਰਿਹਾ। ਹੁਣ ਗੱਲ ਕਰਦੇ ਹਾਂ ਟੈਕਸ ਦੀ। ਕਈ ਵਾਰ ਲੋਕ ਕਹਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਸਰਕਾਰੀ ਸਰਵਿਸਿਜ਼ ਵਰਤਦੇ ਨੇ, ਪਰ ਗਵਰਨਮੈਂਟ ਦੇ ਇਸੇ ਅਧਿਐਨ ਦੇ ਮੁਤਾਬਿਕ 2024 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਸਪੈਂਡਿੰਗ ਦੇ ਕਰਕੇ ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟਸ ਨੂੰ ਮਿਲਾ ਕੇ ਕਰੀਬ 9.4 ਬਿਲੀਅਨ ਡਾਲਰ ਦਾ ਟੈਕਸ ਰੈਵਨਿਊ ਮਿਲਿਆ। ਇਸ ਵਿੱਚ ਸੇਲਸ ਟੈਕਸ, ਇਨਕਮ ਟੈਕਸ ਤੇ ਹੋਰ ਕਈ ਤਰ੍ਹਾਂ ਦੇ ਟੈਕਸਸ ਸ਼ਾਮਿਲ ਨੇ, ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਉਹਨਾਂ ਦੀ ਸਪੈਂਡਿੰਗ ਦੇ ਨਾਲ ਜਨਰੇਟ ਹੋਏ ਨੇ। ਜੇ ਪ੍ਰੋਵਿੰਸ ਵਾਈਜ਼ ਦੇਖੀਏ ਤਾਂ ਸਭ ਤੋਂ ਵੱਡਾ ਯੋਗਦਾਨ ਓਨਟਾਰੀਓ ਦਾ ਹਿੱਸਾ ਰਿਹਾ। ਓਨਟਾਰੀਓ ਵਿੱਚ ਲਗਭਗ 4,93,000 ਇੰਟਰਨੈਸ਼ਨਲ ਸਟੂਡੈਂਟਸ ਸਨ। ਇਹਨਾਂ ਸਟੂਡੈਂਟਸ ਨੇ ਕਰੀਬ 24.8 ਬਿਲੀਅਨ ਡਾਲਰ ਖਰਚੇ। ਇਸ ਸਪੈਂਡਿੰਗ ਦੇ ਨਾਲ ਓਨਟਾਰੀਓ ਦੇ ਜੀਡੀਪੀ ਵਿੱਚ 20.2 ਬਿਲੀਅਨ ਡਾਲਰ ਦਾ ਯੋਗਦਾਨ ਪਿਆ। 1,99,000 ਤੋਂ ਵੱਧ ਜੌਬ ਸਪੋਰਟਸ ਹੋਈਆਂ ਤੇ ਸਰਕਾਰ ਨੂੰ ਲਗਭਗ 5 ਬਿਲੀਅਨ ਡਾਲਰ ਟੈਕਸ ਰੈਵਨਿਊ ਮਿਲਿਆ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਜੀ ਬ੍ਰਿਟਿਸ਼ ਕੋਲੰਬੀਆ ਦਾ। ਇੰਟਰਨੈਸ਼ਨਲ ਸਟੂਡੈਂਟਸ ਨੇ 9.7 ਬਿਲੀਅਨ ਡਾਲਰ ਖਰਚੇ, ਜਿਸ ਨਾਲ 7.36 ਬਿਲੀਅਨ ਡਾਲਰ ਜੀਡੀਪੀ, 86,000 ਤੋਂ ਵੱਧ ਜੌਬਸ ਅਤੇ 1.63 ਬਿਲੀਅਨ ਡਾਲਰ ਟੈਕਸ ਰੈਵਨਿਊ ਬਣਿਆ। ਕਿਊਬੈਕ ਦੇ ਵਿੱਚ ਸਟੂਡੈਂਟਸ ਨੇ ਕਰੀਬ 6 ਬਿਲੀਅਨ ਡਾਲਰ ਖਰਚੇ, ਇਸ ਨਾਲ 5.2 ਬਿਲੀਅਨ ਡਾਲਰ ਜੀਡੀਪੀ, 59,000 ਤੋਂ ਵੱਧ ਜੌਬਸ ਤੇ 1.46 ਬਿਲੀਅਨ ਡਾਲਰ ਟੈਕਸ ਰੈਵਨਿਊ ਜਨਰੇਟ ਹੋਇਆ। ਹੁਣ ਆਉਂਦੇ ਹਾਂ ਐਲਬਰਟਾ ਤੇ, ਜਿੱਥੇ ਕਿ ਇਸ ਵੇਲੇ PGWP ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ। ਗਵਰਨਮੈਂਟ ਰਿਪੋਰਟ ਮੁਤਾਬਿਕ ਐਲਬਰਟਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੇ 3.14 ਬਿਲੀਅਨ ਡਾਲਰ ਖਰਚੇ, ਇਸ ਨਾਲ ਪ੍ਰੋਵਿੰਸ ਨੂੰ 3.12 ਬਿਲੀਅਨ ਡਾਲਰ ਜੀਡੀਪੀ, 29,000 ਤੋਂ ਵੱਧ ਜੌਬਸ ਅਤੇ ਲਗਭਗ 590 ਮਿਲੀਅਨ ਡਾਲਰ ਟੈਕਸ ਰੈਵਨਿਊ ਮਿਲਿਆ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2022 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਸਪੈਂਡਿੰਗ 37.3 ਬਿਲੀਅਨ ਡਾਲਰ ਸੀ, ਜੋ ਕਿ ਸਿਰਫ 2 ਸਾਲਾਂ ਵਿੱਚ ਵੱਧ ਕੇ 47.5 ਬਿਲੀਅਨ ਡਾਲਰ ਹੋ ਗਈ। ਇਸੇ ਦੌਰਾਨ ਟੈਕਸ ਰੈਵਨਿਊ 7.4 ਬਿਲੀਅਨ ਡਾਲਰ ਤੋਂ ਵੱਧ ਕੇ 9.4 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਇਹ ਦਰਸਾਉਂਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਲਈ ਇੱਕ ਵੱਡਾ ਇਕਨੋਮਿਕ ਸੈਕਟਰ ਬਣ ਚੁੱਕਿਆ ਹੈ। ਪਰ ਇਸ ਕਹਾਣੀ ਦਾ ਦੂਜਾ ਪਾਸਾ ਵੀ ਹੈ। ਫੈਡਰਲ ਗਵਰਨਮੈਂਟ ਦਾ ਕਹਿਣਾ ਹੈ ਕਿ ਹਾਊਸਿੰਗ ਦੀ ਕਮੀ, ਰੈਂਟਲ ਮਾਰਕੀਟ ਤੇ ਵੱਧਦਾ ਪ੍ਰੈਸ਼ਰ, ਹੈਲਥ ਕੇਅਰ ਤੇ ਹੋਰ ਪਬਲਿਕ ਸਰਵਿਸਿਜ਼ ਤੇ ਬੋਝ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਵਿੱਚ ਕਈ ਬਦਲਾਅ ਕਰਨੇ ਪਏ ਨੇ। ਇਸ ਲਈ ਸਟੱਡੀ ਪਰਮਿਟਸ ਘਟਾਏ ਗਏ, PGWP ਦੇ ਰੂਲਸ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਅਤੇ ਕਾਲਜਸ ਲਈ ਨਵੇਂ ਨਿਯਮ ਲਿਆਂਦੇ ਗਏ ਨੇ। ਇਸ ਲਈ ਇਸ ਮੁੱਦੇ ਨੂੰ ਸਿਰਫ ਇੱਕ ਪੱਖ ਤੋਂ ਨਹੀਂ ਦੇਖਿਆ ਜਾ ਸਕਦਾ। ਇੱਕ ਪਾਸੇ ਇਹ ਅੰਕੜੇ ਦੱਸਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਵਿੱਚ ਅਰਬਾਂ ਡਾਲਰ ਦਾ ਯੋਗਦਾਨ ਪਾਇਆ, ਲੱਖਾਂ ਲੋਕਾਂ ਦੀਆਂ ਜੌਬਸ ਨੂੰ ਸਪੋਰਟ ਕੀਤਾ ਅਤੇ ਗਵਰਨਮੈਂਟ ਲਈ ਵੱਡਾ ਰੈਵਨਿਊ ਜਨਰੇਟ ਕੀਤਾ। ਦੂਜੇ ਪਾਸੇ ਫੈਡਰਲ ਗਵਰਨਮੈਂਟ ਦਾ ਤਰਕ ਹੈ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਦੇਸ਼ ਦੀ ਹਾਊਸਿੰਗ, ਇਨਫਰਾਸਟ੍ਰਕਚਰ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਦੇ ਮੁਤਾਬਿਕ ਸੰਤੁਲਿਤ ਰੱਖਣਾ ਵੀ ਜ਼ਰੂਰੀ ਹੈ। ਬਿਊਰੋ ਰਿਪੋਰਟ, ਰੈਡ FM।